ਗੱਲ ਆਸਟ੍ਰੇਲੀਆ ਦੀ ਕਰਨ ਜਾ ਰਹੇ ਹਾਂ। ਅੱਜ ਖਾਸ ਤੌਰ ਤੇ ਉਹਨਾਂ ਸਟੂਡੈਂਟਸ ਦੀ ਗੱਲ ਕਰਾਂਗੇ ਜਿਹੜੇ ਸਟੂਡੈਂਟਸ ਹਮੇਸ਼ਾ ਸਾਨੂੰ ਪੁੱਛਦੇ ਨੇ ਕਿ ਯੂਨੀਵਰਸਿਟੀ ਵਿੱਚ ਕਿੰਨਾ ਸਕਸੈਸ ਰੇਟ ਹੁੰਦਾ ਹੈ ਤੇ ਜੇ ਸਾਨੂੰ ਕਾਲਜ ਵਿੱਚ ਐਡਮਿਸ਼ਨ ਲੈਣੀ ਪੈਂਦੀ ਹੈ ਤਾਂ ਕੀ ਕੋਈ ਚਾਂਸਸ ਹੁੰਦੇ ਜਾਂ ਫਿਰ ਆਪਣੀ ਪ੍ਰੋਫਾਈਲ ਦੇ ਵਿੱਚ ਕੁਝ ਖਾਸ ਤਰ੍ਹਾਂ ਦੇ ਡਾਕੂਮੈਂਟਸ ਲਗਾਉਣੇ ਪੈਣਗੇ ਤਾਂ ਕਿ ਪ੍ਰੋਫਾਈਲ ਥੋੜੀ ਮਜ਼ਬੂਤ ਹੋਵੇ, ਸਟਰੋਂਗ ਬਣੇ ਤੇ ਸਾਡਾ ਵੀਜ਼ਾ ਲੱਗਣਾ ਯਕੀਨੀ ਹੋ ਸਕੇ। ਕਿਹੜੇ ਪੈਰਾਮੀਟਰਸ ਤੇ ਜੋ ਹੈ ਵੀਜ਼ਾ ਸਕਸੈਸ ਰੇਟ ਮਾਪਿਆ ਜਾ ਸਕਦਾ ਹੈ। ਸਟੂਡੈਂਟਸ ਅਕਸਰ ਇਹ ਵੀ ਪੁੱਛਦੇ ਨੇ ਕਿ ਕੁਝ ਖਾਸ ਤਰ੍ਹਾਂ ਦੀ ਪ੍ਰੋਫਾਈਲਸ ਹੀ ਨੇ ਜਿਨ੍ਹਾਂ ਨੂੰ ਵੀਜ਼ਾ मिलेगा क्योंकि आस्ट्रेलिया की छवि कुछ इस तरह की बन गई है कि आस्ट्रेलिया स्ट्रिक्ट नज़र आता है स्टूडेंट्स को। हालांकि आस्ट्रेलिया के पॉइंट ऑफ व्यू तो देखिए तो आस्ट्रेलिया चाहता है कि जेन्युइन स्टूडेंट ही जो है अप्लाई करे, उसनों ही वीज़ा मिले तो इत्थे आके अपना जो है फ्यूचर सिक्योर कर सके। सो कई सारे डाउट्स ने स्टूडेंट्स के मन में अज के समय में आस्ट्रेलिया को लैके कोशिश करांगे अज वो कई डाउट्स इस वीडियो के जरिए असीं क्लीयर कर सकीए। स्वागत है जी सारिਆਂ ਦਾ। मैं हाँ हरजोत कौर ते आस्ट्रेलिया को लैके खास पॉइंट्स तुहाडे नाल सांझे करन जा रहे हैं फ्रंटियर इमीग्रेशन सो अब्रॉड एजुकेशन एडवाइजर मिस्टर हितेश चन्ना साडे नाल ने। बहुत बहुत स्वागत है जी। सत श्री अकाल। सत श्री अकाल जी सारिਆਂ ਨੂੰ। सो हितेश जी जरूर इत्थे गल आस्ट्रेलिया की जिथे आपां कर रहे हैं क्लीयर ये गल करो यूनीवर्सिटी या कॉलेज चूज करना किहड़े स्टूडेंट्स नूं किहड़े गल्लां नूं वेखदे होए आ सिलेक्शन करनी चाहिए और किस तरह के रिजल्ट्स की उम्मीद की जा सकती है। देखो ਆਸਟ੍ਰੇਲੀਆ ਦੇ ਵਿੱਚ ਜਿਹੜੇ ਵੀ ਰਿਜ਼ਲਟ ਹੈਗੇ ਨੇ ਬਹੁਤ ਹੀ ਫਾਸਟ ਪ੍ਰੋਸੈਸਿੰਗ ਹੈਗੀ ਯੂਨੀਵਰਸਿਟੀ ਕੇਸਿਸ ਦੀ। ਜਦੋਂ ਆਪਾਂ ਗੱਲ ਕਰਦੇ ਇੱਕ ਸੀਓਈ ਆਉਣ ਤੋਂ ਬਾਅਦ ਸਿਰਫ 10 to 15 ਡੇਜ਼ ਦੇ ਵਿੱਚ ਵੀਜ਼ਾ ਆ ਰਹੇ ਬੱਚਿਆਂ ਨੇ ਤੇ ਇੱਕ ਹਫਤੇ ਵਿੱਚ ਵੀ ਵੀਜ਼ਾ ਆਇਆ। ਜਦੋਂ ਅਸੀਂ ਗੱਲ ਕਰਦੇ ਪਏ ਹਾਂ ਆਸਟ੍ਰੇਲੀਆ ਦੇ ਲਈ, ਜਦੋਂ ਇੱਕ ਗ੍ਰੈਜੂਏਟ ਲਈ ਬੱਚਾ ਹੈਗਾ ਜਾਂ ਮਾਸਟਰਸ ਲਈ ਜਾਂਦਾ ਹੈ ਜੇ ਮਤਲਬ ਕਿ 12th ਪਾਸ ਆਊਟ ਹੈ ਤੇ ਉਹ ਆਪਣਾ ਡਿਗਰੀ ਵਾਸਤੇ ਆਪਸ਼ਨਸ ਦੇਖਦਾ ਪਿਆ ਕਿ ਮੈਂ ਡਿਗਰੀ ਜਿਹੜੀ ਬੈਚਲਰਸ ਦੀ ਡਿਗਰੀ ਕਰਾਂਗਾ ਉਹ ਕਿਹੜੀ ਯੂਨੀਵਰਸਿਟੀ 'ਚ ਕਰ ਸਕਦਾ ਜਿੱਥੇ ਮੈਨੂੰ ਅੱਗੇ ਜਾ ਕੇ ਬੈਨੀਫਿਟ ਮਿਲੂਗਾ। ਹੁਣ ਮੈਂ ਇੱਕ ਗੱਲ ਕਰਦਾ ਅੱਜ ਦੀ ਡੇਟ ਦੇ ਵਿੱਚ ਜਿੱਦਾਂ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ AI ਵਰਡ ਯੂਜ਼ ਹੁੰਦਾ ਹੈ ਤੇ ਹੋਰ ਵੀ ਜਿਹੜੀ ਇੱਕ ਹੈਲਥ ਤੋਂ ਰਿਲੇਟਡ ਜਿਹੜਾ ਸੈਕਟਰ ਹੈਗਾ ਬਹੁਤ ਹੀ ਜ਼ਿਆਦਾ ਡਿਮਾਂਡ ਦੇ ਵਿੱਚ ਹੈ। ਜਦੋਂ ਅਸੀਂ ਗੱਲ ਕਰਦੇ ਪਏ ਹਾਂ ਇਨ ਚੀਜ਼ਾਂ ਦੀ ਕਿਉਂਕਿ IT ਸੈਕਟਰ ਨੇ ਬਹੁਤ ਬੂਮ ਕੀਤਾ ਜਦੋਂ ਕੋਵਿਡ ਤੋਂ ਬਾਅਦ ਵੀ ਆਪਾਂ ਗੱਲ ਕਰਦੇ ਹਾਂ ਕਿਉਂਕਿ ਕੋਵਿਡ ਦੇ ਟਾਈਮ ਤੇ ਵੀ ਇਹੀ ਜਿਹੜੇ ਡਿਪਾਰਟਮੈਂਟ ਸੀਗੇ ਜਿਹੜੇ ਅੱਗੇ ਚੱਲਦੇ ਪਏ ਸੀ। ਹੁਣ ਜਦੋਂ ਬੱਚਾ ਆਪਣਾ ਕਰੀਅਰ ਚੂਜ਼ ਕਰਦਾ ਜਿਹੜੀ ਵੀ ਪ੍ਰੋਫਾਈਲ ਹੈਗੀ 12ਵੀਂ ਪਾਸ ਆਊਟ ਜੇ ਬੱਚਾ ਹੈਗਾ ਉਹ ਮੈਡੀਕਲ ਸਟਰੀਮ ਦਾ ਹੈ ਜਾਂ ਨਾਨ ਮੈਡੀਕਲ ਸਟਰੀਮ ਦਾ ਬਹੁਤ ਵਧੀਆ ਆਪਸ਼ਨ ਹੈ। ਸਿਰਫ ਇੱਕ ਕੰਡੀਸ਼ਨ ਇਹ ਹੋ ਜਾਂਦੀ ਹੈ ਕਿ ਤੁਸੀਂ ਰੀਸੈਂਟ ਪਾਸ ਆਊਟ ਹੋਣੇ ਚਾਹੀਦੇ ਤੇ ਆਇਲਸ ਦੇ ਵਿੱਚ ਸਕੋਰ ਤੁਹਾਡਾ ਓਵਰਆਲ 6 ਬੈਂਡ ਹੋਣਾ ਚਾਹੀਦਾ। ਜਦੋਂ ਅਸੀਂ ਗੱਲ ਕਰਦੇ ਹਾਂ ਕੁਝ ਕੰਟਰੀ ਨਾਲ ਕੰਪੈਰੀਜ਼ਨ ਕਰਨ ਤੋਂ ਬਾਅਦ ਇਹ ਨਿਕਲਦਾ ਸੀ ਕਿ 6 ਈਚ ਕਿਸੇ ਕੰਟਰੀ ਦੀ ਰਿਕੁਆਇਰਮੈਂਟ ਹੈਗੀ ਹੈ ਤੇ ਕਿਸੇ ਦੀ ਓਵਰਆਲ 6 ਦੀ ਰਿਕੁਆਇਰਮੈਂਟ ਹੈ। ਜਦੋਂ ਅਸੀਂ ਆਸਟ੍ਰੇਲੀਆ ਗੱਲ ਕਰਦੇ ਪਏ ਹਾਂ ਇਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਰੀਸੈਂਟ ਪਾਸ ਆਊਟ ਜਿਨ੍ਹਾਂ ਦੀ ਅਕੈਡਮਿਕ ਪਰਸੈਂਟੇਜ ਬਹੁਤ ਵਧੀਆ ਹੈਗੀ ਉਹ ਬੱਚਾ ਐਲੀਜੀਬਲ ਬਣਦਾ ਹੈ ਤੇ ਓਵਰਆਲ 6 ਬੈਂਡ ਦੇ ਨਾਲ। ਜਦੋਂ ਬੱਚਾ ਬੈਚਲਰਸ ਦੇ ਲਈ ਆਪਸ਼ਨ ਦੇਖਦਾ ਹੈ ਤਾਂ ਉਹਨੂੰ ਬੈਚਲਰਸ ਦੇ ਲਈ ਉਹਨਾਂ ਆਪਣਾ ਜਿਹੜਾ ਵੀ ਐਕਸਪੈਂਸ ਹੈਗਾ ਜਦੋਂ ਅਸੀਂ ਗੱਲ ਕਰਦੇ ਕਿ ਯੂਨੀਵਰਸਿਟੀ ਤੇ ਇੱਕ ਕਾਲਜ ਦਾ ਪ੍ਰੋਸੈਸ ਡਿਫਰੈਂਟ ਹੁੰਦਾ ਹੈ। ਜਦੋਂ ਉਹ ਯੂਨੀਵਰਸਿਟੀ ਦੇ ਲਈ ਅਪਲਾਈ ਕਰੂਗਾ ਤੇ $35,000 to $37,000 ਤੱਕ ਉਹਨਾਂ ਦੀ ਫੀਸ ਹੁੰਦੀ ਹੈ। ਇਹ ਥੋੜੀ ਸੀ ਘੱਟ ਹੋ ਸਕਦੀ ਹੈ। ਕਾਲਜ ਦੇ ਵਿੱਚ ਉਹ ਥੋੜੀ ਘੱਟ ਹੋ ਜਾਂਦੀ ਹੈ ਅਰਾਊਂਡ 15 ਤੇ $20,000 ਤੱਕ ਆ ਜਾਂਦੀ ਹੈ। ਇਸ ਕਰਕੇ ਉਹ ਥੋੜਾ ਸਾ ਇੱਕ ਮੈਨੇਜੇਬਲ ਬਣ ਜਾਂਦਾ ਬੱਚੇ ਲਈ, ਤਾਂ ਹੀ ਬੱਚੇ ਕਾਲਜ ਵੱਲ ਆਪਸ਼ਨ ਦੇਖਦੇ ਆ। ਪਰ ਮੈਂ ਇਹਦੇ ਵਿੱਚ ਇਹ ਕਹਾਂਗਾ ਕਿ ਕੁਝ ਕਾਲਜ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਪਏ ਹਾਂ ਉਹਦੇ ਵੀਜ਼ਾ ਚਾਂਸਿਸ ਥੋੜੇ ਘੱਟ ਰਹਿ ਜਾਂਦੇ ਕਿਉਂਕਿ ਵੈਟ ਸੈਕਟਰ ਦੀ ਅਸੀਂ ਗੱਲ ਕਰਦੇ ਹਾਂ ਤੇ ਹੁਣੇ ਪਿੱਛੇ ਕੁਝ ਵੈਟ ਸੈਕਟਰ ਨੂੰ ਲੈ ਕੇ ਇੱਕ ਆਸਟ੍ਰੇਲੀਆ ਦੀ ਸਟੇਟਮੈਂਟ ਵੀ ਆਈ ਸੀ ਕਿ ਆਪਾਂ ਸਾਰਾ ਕੁਝ ਵੈਰੀਫਿਕੇਸ਼ਨ ਕਰਾਵਾਂਗੇ ਜਿਹੜੇ ਡਾਕੂਮੈਂਟੇਸ਼ਨ ਇਹ ਆਡਿਟਿੰਗ ਹੋਣੀ ਹੈ ਤੇ ਉਹਨਾਂ ਨੂੰ ਦੇਖਦੇ ਹੋਏ ਬਹੁਤ ਹੀ ਜ਼ਿਆਦਾ ਇੰਪਲੀਮੈਂਟੇਸ਼ਨ ਜਿਹੜੇ ਕਾਲਜਿਸ ਨੇ ਕੀਤੇ ਹੈ ਉਹਨਾਂ ਦੇ ਆਪਣਾ ਹੀ ਪ੍ਰੋਸੈਸ ਚੇਂਜ ਕਰਤਾ ਜਿਹਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਉਹ ਯੂਨੀਵਰਸਿਟੀ ਵਾਂਗੂ ਸੇਮ ਉਹਨਾਂ ਨੇ GT ਕਰਨੀ ਹੈ। ਥੋੜਾ ਜਿਹਾ ਚੇਂਜ ਆ ਗਿਆ, ਡਰਾਸਟਿਕ ਚੇਂਜ ਮਤਲਬ ਵੈਰੀਫਿਕੇਸ਼ਨ ਨੂੰ ਲੈ ਕੇ ਡਾਕੂਮੈਂਟੇਸ਼ਨ ਨੂੰ ਲੈ ਕੇ ਸਾਰਾ ਕੁਝ ਉਹਨਾਂ ਨੇ ਉਸ ਲੈਵਲ ਦੀ ਕਰਨ ਸ਼ੁਰੂ ਕਰਤੀ ਜਿਹੜੀ ਇੱਕ ਯੂਨੀਵਰਸਿਟੀ ਲੈਵਲ 'ਤੇ ਵੀ ਹੁੰਦੀ ਹੈ ਜੀ। ਹੁਣ ਇੱਥੇ ਐਲੀਜੀਬਿਲਿਟੀ ਜਿਹੜੇ ਬੱਚੇ ਦੀ ਬਣਦੀ ਹੈ ਉਹ ਉਹਦੇ ਅਕੋਰਡਿੰਗ ਅਪਲਾਈ ਕਰਦਾ। ਜਦੋਂ ਅਸੀਂ ਇੱਕ ਗ੍ਰੈਜੂਏਟ ਹੋਇਆ ਬੱਚਾ ਮਾਸਟਰ ਦੇ ਲਈ ਅਪਲਾਈ ਕਰਦਾ ਕੁਛ ਯੂਨੀਵਰਸਿਟੀਜ਼ ਇੱਦਾਂ ਦੀ ਹੈਗੀ ਜਿਹੜੀ ਓਵਰਆਲ 6 ਬੈਂਡ 'ਤੇ ਲੈ ਲੈਂਦੀ ਹੈ ਪਰ ਕੁਛ ਇੱਕ ਇਹੋ ਜਿਹੀ ਹੈ ਜਿਹੜੀ 6.5 ਬੈਂਡ ਦੀ ਰਿਕੁਆਇਰਮੈਂਟ ਹੈਗੀ ਹੈ ਤੇ ਉਹਦੇ ਵਿੱਚ ਮਾਸਟਰ ਦੇ ਲਈ ਅਗਰ ਆਪਾਂ ਆਪਸ਼ਨ ਦੇਖਦੇ ਹਾਂ ਜਿਵੇਂ ਮਾਸਟਰਸ ਇਨ ਕੰਪਿਊਟਰ ਸਾਇੰਸ ਹੋ ਗਿਆ, ਮਾਸਟਰ ਇਨ ਡਾਟਾ ਸਾਇੰਸ ਹੋ ਗਿਆ, ਮਾਸਟਰ ਇਨ ਐਨਾਲਿਟਿਕਸ ਸਾਇੰਸ ਹੋ ਗਿਆ ਐਂਡ ਮਾਸਟਰ ਇਨ ਅਕਾਊਂਟਿੰਗ ਵੀ ਹੈ ਤੇ ਹੋਰ ਵੀ ਜਿਹੜੇ ਕੋਰਸਿਸ ਹੈਗੇ ਨੇ ਬੱਚੇ ਦੀ ਪ੍ਰੋਫਾਈਲ ਦੇ ਅਕੋਰਡਿੰਗ ਰੈਲੀਵੈਂਸੀ ਜਿਹੜੀ IT ਸੈਕਟਰ ਦੀ ਵੀ ਬਣਦੀ ਹੈ ਉਹਦੇ ਅਕੋਰਡਿੰਗ ਬੱਚੇ ਨੂੰ ਆਪਸ਼ਨਸ ਅੱਗੇ ਬਹੁਤ ਮਿਲ ਜਾਣੇ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਅਸੀਂ ਜਿਹੜੀ ਪਿਛਲੀ ਪ੍ਰੋਫਾਈਲਸ ਦੀ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਇੱਦਾਂ ਹੀ ਵੀਜ਼ੇ ਆਏ ਨੇ। ਹੁਣ ਮੈਂ ਇੱਥੇ ਇੱਕ ਗੱਲ ਹੋਰ ਕਹਾਂਗਾ ਜਿਵੇਂ ਕੋਈ ਬੱਚਾ ਗ੍ਰੈਜੂਏਟ ਹੁੰਦਾ ਕਿਸੇ ਵੀ ਫੀਲਡ ਤੋਂ ਉਹਨੂੰ ਇੱਕ ਆਪਸ਼ਨ ਦੇਤਾ ਕਿ ਤੂੰ ਜਾ ਉੱਥੇ MBA ਕਰ ਬਟ ਮੈਂ ਇਹ ਕਹਾਂਗਾ ਕਿ ਉਹ ਰੈਲੀਵੈਂਸੀ ਬਣਨੀ ਬਹੁਤ ਜ਼ਰੂਰੀ ਹੈ ਕਿ MBA ਦੇ ਨਾਲ ਉਹਦਾ ਕਰੀਅਰ ਕੀ ਹੈਗਾ। ਜਦੋਂ ਅਸੀਂ ਇੱਕ ਸਟੇਟਮੈਂਟ ਆਫ ਪਰਪਸ ਦੇ ਵਿੱਚ ਐਕਸਪਲੇਨ ਕਰਦੇ ਹਾਂ ਉਹਦੇ ਵਿੱਚ ਸਾਰੇ ਪੁਆਇੰਟਸ ਮੈਂਸ਼ਨ ਕੀਤੇ ਜਾਂਦੇ ਆ ਬੱਚੇ ਦੀ ਆਪ ਦੀ ਆਪਣੀ ਲਾਈਫ ਹੈ।
ਜਦੋਂ ਉਹ ਐਕਸਪਲੇਨ ਕੀਤੀ ਜਾਂਦੀ ਹੈ ਤੇ ਉਹ ਜਿਹੜੀ ਟਰਮਸ ਦੇ ਨਾਲ ਜੇ ਮੈਚ ਨਹੀਂ ਕਰੂਗੀ ਤੇ ਉਹ ਰਿਫਿਊਜ਼ਲ ਹੀ ਆਣਾ, ਭਾਵੇਂ ਤੁਸੀਂ ਜਿਹੜਾ ਮਰਜ਼ੀ ਕੋਰਸ ਲੈ ਆਓ। ਬਟ ਜਦੋਂ ਮੈਂ ਇਹ ਕਹਿੰਦਾ ਕਿ ਫੀਲਡ ਤੋਂ ਹਟ ਕੇ ਲਓਗੇ ਉੱਥੇ ਰਿਫਿਊਜ਼ਲ ਚਾਂਸਿਸ ਵੱਧ ਜਾਂਦੇ ਆ। ਇਸ ਕਰਕੇ ਜਦੋਂ ਵੀ ਅਸੀਂ ਕੋਈ ਕਰੀਅਰ ਦੇ ਵਿੱਚ ਆਪਣਾ ਕਾਲਜ ਦੇ ਯੂਨੀਵਰਸਿਟੀ ਚੂਜ਼ ਕਰਨੀ ਹੈ, ਅਸੀਂ ਉਹ ਇੱਦਾਂ ਚੂਜ਼ ਕਰੀਏ ਕਿ ਉਹਦਾ ਅੱਗੇ ਸਾਨੂੰ ਬੈਨੀਫਿਟ ਮਿਲੇ। ਹੁਣ ਬੈਨੀਫਿਟ ਇਹ ਨਹੀਂ ਹੈ ਕਿ ਤੁਹਾਨੂੰ ਇੱਕ ਕੰਟਰੀ ਨੇ ਐਂਟਰੀ ਦਿੱਤੀ, ਜਦੋਂ ਇੱਕ ਕੰਟਰੀ ਨੇ ਐਂਟਰੀ ਦਿੱਤੀ ਤੇ ਦੈਟ ਮੀਨਸ ਉਹ ਕੰਟਰੀ ਵੀ ਚਾਹੁੰਦੀ ਹੈ ਕਿ ਤੁਸੀਂ ਉੱਥੇ ਆ ਕੇ ਕੁਝ ਕਰੋ। ਹੁਣ ਜਦੋਂ ਤੁਸੀਂ ਪੜ੍ਹ ਰਹੇ ਹੋ, ਪੜ੍ਹਨ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਦੇਣਾ। ਜਦੋਂ ਅਸੀਂ ਗੱਲ ਕਰਦੇ 2 ਇਅਰਸ ਦਾ ਪੋਸਟ ਸਟੱਡੀ ਵਰਕ ਪਰਮਿਟ ਦੀ ਅਸੀਂ ਗੱਲ ਕਰਦੇ ਪਏ ਇੱਥੇ, ਜੇ ਉਹ ਉਹਦੇ ਵਿੱਚ ਨਹੀਂ ਫੀਲਡ ਦੇ ਵਿੱਚ ਬੱਚਾ ਜਾਊਗਾ ਤੇ ਉਹ ਪੋਸਟ ਸਟੱਡੀ ਵਰਕ ਪਰਮਿਟ ਉਹਨੂੰ ਮਿਲਣਾ ਹੀ ਨਹੀਂ ਹੈ। ਦੈਟ ਮੀਨਸ ਉਹਦੀ ਜਿਹੜੀ ਐਜੂਕੇਸ਼ਨ ਕੀਤੀ ਉਹਦਾ ਕੋਈ ਬੈਨੀਫਿਟ ਹੀ ਨਹੀਂ ਲੈ ਪਾਇਆ ਬੱਚਾ, ਤੇ ਆਖਿਰ 'ਚ ਕੀ ਹੁੰਦਾ, ਬੱਚਾ ਵਾਪਸ ਆ ਜਾਂਦਾ ਆਪਣੀ ਕੰਟਰੀ 'ਚ, ਫਿਰ ਇਹ ਕਹਿੰਦਾ ਕਿ ਉੱਥੇ ਕੁਝ ਨਹੀਂ ਹੈਗਾ। ਪਰ ਇਹੀ ਚੀਜ਼ ਹੈ ਜਿਹੜੀ ਤੁਸੀਂ ਆਪਣਾ ਕਰੀਅਰ ਜਦੋਂ ਚੂਜ਼ ਕਰਦੇ ਹੋ ਤੇ ਉਸੇ ਟਾਈਮ ਤੁਸੀਂ ਆਪਣੀ ਕੋਰਸ ਰੈਲੀਵੈਂਸੀ ਤੇ ਆਪਣੇ ਕਰੀਅਰ ਨਾਲ ਕਲੀਅਰ ਰਹੋਗੇ ਤਾਂ ਹੀ ਤੁਸੀਂ ਅੱਗੇ ਆਸਟ੍ਰੇਲੀਆ ਦੇ ਵਿੱਚ ਗਰੋ ਕਰ ਸਕਦੇ ਹੋ। ਬਿਲਕੁਲ ਸਹੀ ਤੁਸੀਂ ਇਹ ਗੱਲ ਕਹੀ ਹੈ। ਤੇ ਅੱਗੋਂ ਦੀ ਇਨਟੇਕਸ ਦੀ ਵੀ ਗੱਲ ਕਰ ਲੈਂਦੇ ਆ, ਤਾਂ ਮੈਂ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਮਿੰਗ ਇਨਟੇਕਸ ਬਾਰੇ ਵੀ ਜਾਣਕਾਰੀ ਜ਼ਰੂਰ ਦਿਓ ਸਟੂਡੈਂਟਸ ਨੂੰ, ਤਾਂ ਕਿ ਸਟੂਡੈਂਟਸ ਆਪਣਾ ਮਾਈਂਡ ਬਣਾ ਕੇ ਟਾਈਮਲੀ ਕਦੋਂ ਤੱਕ ਆਪਣਾ ਪੂਰੇ ਡਾਕੂਮੈਂਟੇਸ਼ਨ ਕੰਪਲੀਟ ਕਰਦੇ ਹੋਏ ਅਪਲਾਈ ਕਰ ਸਕਣ ਸਟੂਡੈਂਟ। ਦੇਖੋ ਆਉਣ ਵਾਲਾ ਜਿਹੜਾ ਜੈਨ ਫੈਬ ਇਨਟੇਕ ਹੈ ਬਹੁਤ ਹੀ ਜ਼ਿਆਦਾ ਹੈਗਾ, ਕਿਉਂਕਿ ਜੈਨ ਫੈਬ ਇਨਟੇਕ ਲਈ ਬੱਚਾ ਅਪਲਾਈ ਕਰ ਸਕਦਾ ਹੈ। ਥੋੜਾ ਸਾ ਇੱਕ ਜੀਟੀ ਪ੍ਰੋਸੈਸ ਨੂੰ ਲੈ ਕੇ ਡਾਊਟ ਰਹਿੰਦਾ ਬੱਚੇ ਦਾ, ਕਿਉਂਕਿ ਜੀਟੀ ਦਾ ਐਕਚੁਅਲ ਪਰਪਸ ਕੀ ਹੈਗਾ ਕਿ ਜੀਟੀ ਦੇ ਵਿੱਚ ਤੁਹਾਡੀ ਪ੍ਰੋਪਰ ਜਿਹੜੀ ਵੀ ਰਿਕੁਆਇਰਮੈਂਟ ਹੈਗੀ ਬੱਚੇ ਦੀ ਪ੍ਰੋਪਰ ਵੈਰੀਫਿਕੇਸ਼ਨ ਹੁੰਦੀ ਹੈ। ਜਿਵੇਂ ਤੁਹਾਡੇ ਫਾਈਨੈਂਸ਼ੀਅਲਸ ਹੋ ਗਏ ਬੱਚੇ ਦੇ, ਤੁਹਾਡੀ ਇਨਕਮ ਬੱਚੇ ਦੀ ਜਿਹੜੀ ਵੀ ਹੈ ਸਾਰੀ ਵੈਰੀਫਾਈਬਲ ਹੋਣੀ ਚਾਹੀਦੀ ਹੈ। ਕੋਈ ਵੀ ਡਾਕੂਮੈਂਟ ਤੁਸੀਂ ਉਹਨਾਂ ਨੂੰ ਦੇ ਰਹੇ ਹੋ, ਤੁਹਾਡਾ ਡਾਕੂਮੈਂਟ ਵੈਰੀਫਾਈ ਹੋਣਾ ਚਾਹੀਦਾ। ਜੇ ਤੁਹਾਡੇ ਖਾਤੇ 'ਚ 30-40 ਲੱਖ ਰੁਪਏ ਪਿਆ ਵੀ ਹੈਗਾ, ਉਹਨਾਂ ਨੂੰ ਉਸ ਚੀਜ਼ ਦਾ ਵੀ ਸੋਰਸ ਚਾਹੀਦਾ ਕਿ ਇਹ ਪੈਸਾ ਕਿੱਥੋਂ ਆਇਆ। ਜਦੋਂ ਤੁਸੀਂ ਉਹ ਸੋਰਸ ਉਹਨਾਂ ਨੂੰ ਪ੍ਰੋਵਾਈਡ ਕਰਾਓਗੇ ਤਾਂ ਹੀ ਤੁਹਾਡਾ ਜੀਟੀ ਕਲੀਅਰ ਹੋਣਾ, ਅਦਰਵਾਈਜ਼ ਉਹ ਕਲੀਅਰ ਨਹੀਂ ਹੋਣਾ। ਐਂਡ ਸੈਕਿੰਡ ਥਿੰਗ, ਜਦੋਂ ਮੈਂ ਇੱਕ ਗੱਲ ਕਰਦਾ ਕੈਲਕੂਲੇਸ਼ਨ ਦੀ, ਆਪਾਂ ਇਨਕਮ ਨੂੰ ਲਿਵਿੰਗ ਐਕਸਪੈਂਸ ਨੂੰ ਕਾਊਂਟ ਕਰਦੇ ਹਾਂ। ਇੱਥੇ ਹੁਣੇ ਵੀ ਕੁਝ ਇੱਕ 17% ਸਮਥਿੰਗ ਕਿਹਾ ਸੀ ਕਿ ਜਿਹੜਾ ਲਿਵਿੰਗ ਐਕਸਪੈਂਸ ਹੈ ਸ਼ਾਇਦ ਉਹ ਅਕਤੂਬਰ ਤੋਂ ਇਨਕਰੀਜ਼ ਹੋ ਜਾਣਾ, ਕਿ ਇੱਕ ਜਿਹੜਾ 21,040 ਸਮਥਿੰਗ ਹੈਗਾ ਸ਼ਾਇਦ ਉਹ $24,000 ਤੱਕ ਚਲੇ ਜਾਣਾ, ਤੇ ਉਹ ਲਿਵਿੰਗ ਐਕਸਪੈਂਸ ਵੱਧ ਜਾਣਾ। ਦੈਟ ਮੀਨਸ ਜਦੋਂ ਉਹ ਵਧੂਗਾ ਦੈਟ ਇੱਕ ਕੋਸਟ ਵੱਧ ਜਾਣੀ ਤੁਹਾਡੇ ਐਕਸਪੈਂਸ ਦੇ ਵਿੱਚ। ਜਿਹੜਾ ਬੱਚਾ ਰਨਿੰਗ ਕੇਸ ਐਕਟਿਵ ਹੈਗਾ ਉਹਨੂੰ ਆਪਣੇ ਫਾਈਨੈਂਸ਼ੀਅਲਸ ਹੋਣੇ ਤੋਂ ਆਪ ਹੀ ਦੇਖਣੇ ਪੈਣੇ ਕਿ ਉਹਦਾ ਕੋਲ ਉਹ ਫੰਡ ਸ਼ੋਰਟ ਨਾ ਪੈ ਜਾਏ, ਕਿਉਂਕਿ ਜਦੋਂ ਉਹਨਾਂ ਦੀ ਫਾਈਲ ਦੇ ਉੱਤੇ ਅੱਗੇ ਜੀਟੀ ਦਾ ਪ੍ਰੋਸੈਸ ਚੱਲਦਾ ਪਿਆ, ਇਹ ਅਕਤੂਬਰ ਤੋਂ ਇੰਪਲੀਮੈਂਟ ਹੋ ਜਾਣਾ। ਜਿਹੜਾ ਵੀ ਇੰਪਲੀਮੈਂਟ ਹੋਊਗਾ ਉਹਦੇ ਬਾਅਦ ਫਿਰ ਬੱਚੇ ਨੂੰ ਦਿੱਕਤ ਆਣੀ ਹੈ, ਕਿਉਂਕਿ ਉਹਨਾਂ ਦੇ ਫੰਡ ਸ਼ੋਰਟ ਹੋ ਗਏ ਤੇ ਦੈਟ ਮੀਨਸ ਜੀਟੀ ਉਹਨਾਂ ਦੀ ਰਿਜੈਕਟ ਹੋ ਜਾਣੀ ਹੈ। ਤੇ ਇਸੇ ਕਰਕੇ ਜਦੋਂ ਅਸੀਂ ਗੱਲ ਕਰਦੇ ਪਏ ਇਨਟੇਕ ਦੇ ਵਾਸਤੇ, ਬੱਚਿਆਂ ਨੂੰ ਆਪ ਹੀ ਜਿਹੜੇ ਵੀ ਫਾਈਨੈਂਸ਼ੀਅਲਸ ਹੈਗੇ ਉਹਨਾਂ ਦੀ ਕੈਲਕੂਲੇਸ਼ਨ ਕਦੇ ਵੀ ਮਿਸ ਕੈਲਕੂਲੇਟ ਨਹੀਂ ਕਰਨੀ। ਭਾਵੇਂ ਤੁਸੀਂ ਆਪ ਵੈਬਸਾਈਟ ਤੇ ਜਾ ਕੇ ਪੜ੍ਹ ਸਕਦੇ ਹੋ ਕਿ ਉਹਨਾਂ ਦੀ ਕਿੰਨੀ ਰਿਕੁਆਇਰਮੈਂਟ ਹੈ ਤੇ ਕਿੰਨਾ ਐਕਚੁਅਲ ਫੰਡ ਤੁਹਾਨੂੰ ਚਾਹੀਦਾ, ਤਾਂ ਕਿ ਤੁਹਾਡੇ ਆਪ ਸ਼ੋਰਟ ਨਾ ਪੈ ਜਾਏ। ਦੈਨ ਅਗੇਨ ਮੈਂ ਕਹਿੰਦਾ ਇੱਥੇ ਥਰਡ ਪਾਰਟੀ ਫੰਡ ਨਹੀਂ ਚੱਲਦਾ। ਜਿਵੇਂ ਥਰਡ ਪਾਰਟੀ ਫੰਡ ਦੇ ਵਿੱਚ ਤੁਹਾਡੇ ਕਿਸੇ ਦੇ ਤੁਸੀਂ ਤਾਏ ਚਾਚੇ ਦੇ ਜਾਂ ਹੋਰ ਕਿਸੇ ਦੇ ਫੰਡ ਸ਼ੋਅ ਕਰਦੇ ਹੋ ਜਾਂ ਦਿਖਾਉਂਦੇ ਹੋ ਕਿ ਉਹ ਸਾਡੇ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਜੀ, ਅਸੀਂ ਸਾਨੂੰ ਉਹਨਾਂ ਤੋਂ ਪੈਸੇ ਲੈ ਕੇ ਜਾਂ ਕੁਝ ਵੀ ਕਰ ਰਹੇ ਹੋ ਤੁਸੀਂ, ਉਹ ਨਹੀਂ ਚੱਲਣਗੇ ਕਿਉਂਕਿ ਉਹ ਜੀਟੀ ਦੇ ਵਿੱਚ ਰਿਜੈਕਟ ਹੋ ਜਾਣੇ। ਤੇ ਮੇਕ ਸ਼ੋਰ ਕਿ ਤੁਹਾਡੇ ਆਪਣੇ ਆਪ ਦੇ ਪੇਰੈਂਟਸ ਦੇ ਫੰਡ ਹੋਣ, ਤੁਹਾਡੇ ਨਾਮ ਤੇ ਫੰਡ ਹੋਣਗੇ, ਚੱਲੋਗੇ। ਤੇ ਦੈਨ ਇਨਕਮ ਕੈਲਕੂਲੇਸ਼ਨ ਹੁੰਦੀ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਯੂਨੀਵਰਸਿਟੀ ਦੇ ਕੇਸ ਲਈ, ਇਨਕਮ ਕੈਲਕੂਲੇਸ਼ਨ ਅਰਾਊਂਡ ਅਗਰ ਜੇ ਬੱਚੇ ਦੀ ਫੀਸ ਹੀ 15-20 ਲੱਖ ਹੈਗੀ ਹੈ ਤੇ ਐਕਸਪੈਕਟਡ ਇਹ ਰਹਿੰਦਾ ਕਿ ਤੁਹਾਡੀ ਫੈਮਿਲੀ ਦੀ ਇਨਕਮ ਵੀ ਇੰਨੀ ਕੁ ਹੋ ਤਾਂ ਕਿ ਉਹ ਖਰਚਾ ਦੇ ਸਕੇ ਉਹਨਾਂ ਨੂੰ, ਕਿਉਂਕਿ ਜੇ ਇਨਕਮ ਇੰਨੀ ਨਹੀਂ ਹੋਊਗੀ ਤਾਂ ਉਹ ਉੱਥੇ ਜੀਟੀ ਰਿਜੈਕਟ ਹੋ ਜਾਣੀ ਹੈ। ਇਸੇ ਕਰਕੇ ਬੱਚਿਆਂ ਵਿੱਚ ਜੀਟੀ ਦੇ ਵਿੱਚ ਫਸ ਜਾਂਦੇ ਆ, ਕਿਉਂਕਿ ਕਈ ਏਜੰਟ ਇਹ ਹੁੰਦੇ ਕਿ ਨਹੀਂ ਯਾਰ ਤੁਹਾਡੀ 10 ਲੱਖ ਦੀ ਇਨਕਮ ਨਾਲ ਵੀ ਜੀਟੀ ਕਲੀਅਰ ਹੋ ਜਾਊਗੀ, ਤੇ ਇੱਥੇ ਬੱਚੇ ਨੂੰ ਪ੍ਰੋਬਲਮ ਆਉਂਦੀ ਹੈ। ਤਾਂ ਹੀ ਉਹ ਬੱਚੇ ਜਿਹੜਾ ਅਪਕਮਿੰਗ ਇਨਟੇਕਸ ਹੁੰਦਾ ਉਹਦੇ ਲਈ ਐਲੀਜੀਬਲ ਨਹੀਂ ਬਣ ਪਾਉਂਦੇ ਤੇ ਉਹ ਨੈਕਸਟ ਇਨਟੇਕ ਲਈ ਡੈਫਰ ਹੋ ਜਾਂਦੇ ਆ। ਹੁਣ ਇਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਜਿਹੜਾ 12ਵੀਂ ਪਾਸ ਆਊਟ ਬੱਚਾ, ਕਿਉਂਕਿ ਉਹਨਾਂ ਦੇ ਲਈ ਆਪਸ਼ਨ ਸਿਰਫ 1-2 ਇਨਟੇਕ ਦਾ ਮਿਲਦਾ। ਤੀਜੇ ਇਨਟੇਕ 'ਚ ਉਹਨਾਂ ਨੂੰ ਜੀਟੀ ਦੇ ਵਿੱਚ ਇਹ ਕਹਿ ਦੇਣਾ ਤੁਸੀਂ ਗੈਪ ਜਸਟੀਫਿਕੇਸ਼ਨ ਦਿਓ। ਇੱਥੇ ਦਿੱਕਤ ਆਉਂਦੀ ਹੈ। ਜਿਹੜਾ ਵੀ ਆਪਾਂ ਗੱਲ ਕਰਦੇ ਕਿ ਜੀਟੀ ਨੂੰ ਕਿੱਦਾਂ ਅੱਗੇ ਮੈਨੇਜ ਕਰੀਏ, ਤੇ ਉਹ ਸਟਾਰਟਿੰਗ ਤੋਂ ਸਾਨੂੰ ਸਮਝ ਕੇ ਕੇਸ ਕਰਨਾ ਚਾਹੀਦਾ। ਬਿਲਕੁਲ ਸਹੀ ਗੱਲ ਹੈ। ਸੋ ਬਹੁਤ ਚੰਗੇ ਢੰਗ ਨਾਲ ਪੂਰੀ ਇਨਫੋਰਮੇਸ਼ਨ ਜੋ ਹਿਤੇਸ਼ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕਿਹੜੇ ਪੁਆਇੰਟਸ ਹੈ ਤੁਸੀਂ ਸ਼ੁਰੂਆਤ ਵਿੱਚ ਹੀ ਕੰਮ ਕਰੋ ਤਾਂ ਜੀਟੀ ਡਿਲੇ ਵਾਲੀ ਪ੍ਰੋਬਲਮ ਫੇਸ ਨਹੀਂ ਕਰਨੀ ਪਏਗੀ। ਸੋ ਮੈਂ ਉਮੀਦ ਕਰਦੀ ਹਾਂ ਕਿ ਅੱਜ ਦੀ ਵੀਡੀਓ ਦੇ ਜ਼ਰੀਏ ਤੁਹਾਨੂੰ ਕਾਫੀ ਕੁਝ ਨਵਾਂ ਜਾਣਨ ਨੂੰ ਤੇ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਬਾਕੀ ਫਿਰ ਵੀ ਤੁਹਾਡਾ ਕੋਈ ਡਾਊਟ ਹੈ, ਕੋਈ ਸਵਾਲ ਹੈ ਤਾਂ ਤੁਸੀਂ ਜਿਹੜਾ ਸਕਰੀਨ ਤੇ ਨੰਬਰ ਹੈ ਇਸ ਉੱਪਰ ਕਾਲ ਕਰਕੇ ਵੀ ਪੂਰੀ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਬਹੁਤ ਥੈਂਕਸ ਹਿਤੇਸ਼ ਕਿ ਤੁਸੀਂ ਆਸਟ੍ਰੇਲੀਆ ਨੂੰ ਲੈ ਕੇ ਕਈ ਖਾਸ ਪੁਆਇੰਟਸ ਸਟੂਡੈਂਟਸ ਨਾਲ ਸਾਂਝੇ ਕੀਤੇ ਨੇ। ਅੱਗੋਂ ਵੀ ਅਸੀਂ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ। ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ।